Hello everyone. So ਅੱਜ ਅਸੀਂ ਡਿਸਕਸ ਕਰਾਂਗੇ ਆਲ ਇੰਡੀਆ ਲਾਅ ਐਂਟਰੈਂਸ ਐਗਜ਼ਾਮ ਦਾ ਕੁਐਸਚਨ ਪੇਪਰ। ਜਿਹੜਾ ਵੀ ਬੱਚਾ ਕਲੈਟ ਦੇਣਾ ਚਾਹੁੰਦਾ ਹੈ ਜਾਂ ਹੋਰ ਵੀ ਕੋਈ ਲਾਅ ਐਂਟਰੈਂਸ ਐਗਜ਼ਾਮ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਕਰੀਅਰ ਐਜ ਇੰਸਟੀਟਿਊਟ ਵਿੱਚ ਆ ਕੇ ਤਿਆਰੀ ਕਰ ਸਕਦੇ ਹੋ। ਇੱਥੇ ਤੁਹਾਨੂੰ ਹਰ ਤਰੀਕੇ ਦਾ ਸਬਜੈਕਟ ਦਾ ਜੋ ਵੀ ਟੌਪਿਕ ਹੈ ਕਵਰ ਕਰਾਇਆ ਜਾਏਗਾ। ਗਿਵਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਤੁਸੀਂ ਇੰਸਟੀਟਿਊਟ ਵੀ ਵਿਜ਼ਿਟ ਕਰ ਸਕਦੇ ਹੋ। ਤੁਹਾਨੂੰ ਬੁੱਕਸ ਪ੍ਰੋਵਾਈਡ ਕੀਤੀਆਂ ਜਾਣਗੀਆਂ, ਟੈਸਟ ਸੀਰੀਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ ਐਂਡ ਲੀਗਲ ਤੋਂ ਲੈ ਕੇ GK, English, reasoning, quant, everything will be covered. So for any kind of queries you can call on the given number. CLAT, LSAT, SET and PU ਵਾਸਤੇ ਹਰ ਤਰ੍ਹਾਂ ਦਾ ਐਫਰਟ ਕਰਕੇ ਤੁਹਾਨੂੰ ਇੱਕ ਅੱਛੀ ਤਿਆਰੀ ਕਰਾਈ ਜਾਏਗੀ। So do not waste time and hurry up. So ਕੰਪਲੀਟ ਤੁਹਾਨੂੰ ਆਨਲਾਈਨ ਕੋਰਸ ਵੀ ਪ੍ਰੋਵਾਈਡ ਕੀਤਾ ਜਾਏਗਾ ਜਿਹਦੇ ਵਿੱਚ 20 ਬੁੱਕ ਸੈਟ ਹੋਣਗੇ, OMR ਸ਼ੀਟਸ ਹੋਣਗੀਆਂ। ਆਨਲਾਈਨ ਕਲਾਸਿਸ ਵਾਸਤੇ ਤੁਸੀਂ ਆਪਟ ਕਰ ਸਕਦੇ ਹੋ, ਆਫਲਾਈਨ ਕਲਾਸਿਸ ਵਾਸਤੇ ਆਪਟ ਕਰ ਸਕਦੇ ਹੋ। ਰੈਗੂਲਰ ਟੈਸਟ ਸੀਰੀਜ਼ ਦਿੱਤੀਆਂ ਜਾਣਗੀਆਂ, 40+ ਸੋਲਵਡ ਸੈਂਪਲ ਪੇਪਰ ਵੀਡੀਓਜ਼ ਦਿੱਤੀਆਂ ਜਾਣਗੀਆਂ, 300+ ਆਵਰਸ ਰਿਕਾਰਡਡ ਵੀਡੀਓ ਲੈਕਚਰਸ ਹੋਣਗੇ। ਸੋ ਹਰੀ ਅਪ। ਸੋ ਅਸੀਂ ਅੱਜ ਡਿਸਕਸ ਕਰਾਂਗੇ ਆਲ ਇੰਡੀਆ ਲਾਅ ਐਂਟਰੈਂਸ ਐਗਜ਼ਾਮ 2021 ਦਾ ਜਿਹੜਾ ਪੇਪਰ ਹੋਇਆ ਸੀਗਾ ਉਸਨੂੰ ਹੁਣ ਅਸੀਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਕੁਐਸਚਨ 1 to 5 ਦੇ ਵਿੱਚ ਕੀ ਹੈ, ਪੈਸੇਜ ਤੁਹਾਨੂੰ ਦਿੱਤਾ ਹੋਇਆ, ਠੀਕ ਹੈ। ਅਸੀਂ ਪੈਸੇਜ ਨੂੰ ਪਹਿਲਾਂ ਰੀਡ ਕਰਾਂਗੇ, ਰੀਡ ਕਰਕੇ ਫਿਰ ਉਸ ਉੱਤੇ ਜਿਹੜੇ ਗਿਵਨ ਕੁਐਸਚਨਸ ਹੋਣਗੇ ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਲੈਟਸ ਰੀਡ ਦ ਪੈਸੇਜ ਫਰਸਟ। The night I arrived in Delhi on a visit in January 1996. ਹੁਣ visit ਦੀ ਗੱਲ ਕਰ ਰਿਹਾ January 1996. The elevator at the Maurya Sheraton, ਹੁਣ Maurya Sheraton ਕੀ ਹੈ, basically ਇੱਕ hotel ਹੈ, took us up to the 12th floor in a breathtaking 6 or 7 seconds. ਹੁਣ elevator ਉਹਨਾਂ ਨੂੰ 12th floor ਦੇ ਉੱਤੇ ਲੈ ਗਿਆ in a breathtaking 6 or 7 seconds ਦੇ ਵਿੱਚ ਹੀ, ਯਾਨੀ in a good speed ਉਹਨਾਂ ਨੂੰ 1st floor ਤੋਂ ਲੈ ਕੇ 12th floor ਤੱਕ ਲੈ ਗਿਆ। ਇੱਥੇ ਇੱਕ specifically word ਉਹਨਾਂ ਨੇ inverted commas ਲਿਖਿਆ remarkable. I commented admiringly to the friendly hotel employee in a maroon sari and business-like page boy haircut who had draped a 3 kilogram marigold garland. ਹੁਣ ਇੱਥੇ ਪਹਿਲਾਂ ਅਸੀਂ ਸਮਝੀਏ garland ਕੀ ਹੁੰਦਾ ਹੈ। ਗਾਰਲੈਂਡ ਬੇਸਿਕਲੀ ਇੱਕ ਅਟੈਚਮੈਂਟ ਹੁੰਦੀ ਹੈ, ਸਰਕੂਲਰ ਅਟੈਚਮੈਂਟ ਹੁੰਦੀ ਹੈ, ਆਈਦਰ ਉਹ ਫਲਾਵਰਸ ਦੀ ਹੁੰਦੀ ਹੈ ਜਾਂ ਉਹ ਲੀਵਸ ਦੀ ਹੁੰਦੀ ਹੈ। ਜਦੋਂ ਅਸੀਂ ਬਹੁਤ ਵੱਡੇ ਹੋਟਲਸ ਵਿੱਚ ਜਾਂਦੇ ਹਾਂ ਤਾਂ ਉਹ ਸਾਡਾ ਵੈਲਕਮ ਕਰਦੇ ਨੇ ਸਾਡੇ ਮਤਲਬ ਹਾਰ ਪਾ ਕੇ, ਜਿਹੜਾ ਬੇਸਿਕਲੀ ਹਾਰ ਹੁੰਦਾ ਹੈ ਉਹ ਗਾਰਲੈਂਡ ਹੁੰਦਾ ਹੈ। ਅਰਾਊਂਡ ਮਾਈ ਨੈਕ ਐਜ਼ ਆਈ ਸਟੈਪਡ ਅਕ੍ਰੋਸ ਦ ਥ੍ਰੈਸ਼ਹੋਲਡ। ਥ੍ਰੈਸ਼ਹੋਲਡ ਬੇਸਿਕਲੀ ਹੁੰਦਾ ਹੈ ਗਾਰਡਨ ਏਰੀਆ, ਜਿਹੜੇ ਸਾਈਡ ਤੇ ਜਿਵੇਂ ਕੋਈ ਵੀ ਇਹ ਰੋਡ ਹੈ, ਇੱਥੇ ਸਾਈਡ ਤੇ ਇਹ ਜਿਹੜਾ ਏਰੀਆ ਹੁੰਦਾ ਹੈ ਇੱਥੇ ਫਲਾਵਰਸ ਐਂਡ ਲੀਵਸ ਨਾਲ ਇਹਨਾਂ ਨੇ ਕੀ ਕੀਤਾ ਹੁੰਦਾ ਹੈ, ਡੈਕੋਰੇਟ ਕੀਤਾ ਹੁੰਦਾ ਹੈ। ਸੋ ਇਹ ਰਸਤਾ ਹੁੰਦਾ ਹੈ, ਉਹਨੂੰ ਕੀ ਕਹਿੰਦੇ ਅਸੀਂ, ਥ੍ਰੈਸ਼ਹੋਲਡ। We couldn't have ascended faster in the USA. ਯਾਨੀ ਇਸ ਲਾਈਨ ਦਾ ਜਿਹੜਾ ਇੱਥੇ ਮਤਲਬ ਹੈ ਉਹ ਇਹ ਹੋਇਆ ਕਿ ਅਗਰ USA ਦੇ ਵਿੱਚ ਹੁੰਦੇ ਨਾ ਸ਼ਾਇਦ ਇੰਨੀ ਫਾਸਟਰ ਅਸੀਂ ਉੱਥੇ ਵੀ ਨਾ ਹੁੰਦੇ। ਯਾਨੀ ਜਿਹੜਾ ਇੰਡੀਆ ਦਾ ਸਿਸਟਮ ਹੈ ਉਹ ਕਿੰਨਾ ਕੁ ਜ਼ਿਆਦਾ ਇੰਪਰੂਵ ਹੋਇਆ ਹੈ। He was quite surprised with this. She took my praise in stride, as well she should have. Jet lagged after an 18-hour journey from New York. ਹੁਣ ਉਹ ਕੀ ਸੀ, ਜੈਟ ਲੈਗ ਸੀ। ਜੈਟ ਲੈਗ ਬੇਸਿਕਲੀ ਹੁੰਦਾ ਜਦੋਂ ਅਸੀਂ ਬਹੁਤ ਇੱਕ ਲੰਬੀ ਫਲਾਈਟ ਤੋਂ ਬਾਅਦ ਟੋਟਲੀ ਥੱਕ ਜਾਂਦੇ ਹਾਂ। ਜੈਟ ਲੈਗ ਹੁੰਦਾ ਕਿਉਂ ਹੈ, ਕਿਉਂਕਿ ਅਸੀਂ ਟਾਈਮ ਜ਼ੋਨ ਵਿੱਚ ਟਰੈਵਲ ਕਰਦੇ ਹਾਂ। ਅਗਰ ਅਸੀਂ USA ਵਿੱਚ ਰਾਤ ਨੂੰ ਟਰੈਵਲ ਕਰ ਰਹੇ ਹਾਂ ਜਾਂ ਰਾਤ ਨੂੰ ਸਾਡੀ ਫਲਾਈਟ ਹੈ ਤਾਂ ਇੰਡੀਆ ਵਿੱਚ ਅਸੀਂ ਦਿਨੇ ਪਹੁੰਚਾਂਗੇ। ਟਾਈਮ ਜ਼ੋਨ ਚੇਂਜ ਹੋ ਜਾਂਦਾ ਹੈ, ਜਦੋਂ ਟਾਈਮ ਜ਼ੋਨ ਚੇਂਜ ਹੁੰਦਾ ਉਸ ਨਾਲ ਬਹੁਤ ਜ਼ਿਆਦਾ ਫਟੀਗ ਆਉਂਦਾ ਹੈ, ਟਾਇਰਡਨੈਸ ਹੁੰਦੀ ਹੈ, ਉਹਨੂੰ ਜੈਟ ਲੈਗ ਕਹਿੰਦੇ ਨੇ। After an 18-hour journey from New York, I had failed to notice that this was not some superfast new elevator technology that the Maurya had brought to Delhi, but rather some highly creative labeling. ਹੁਣ ਜਿਹੜੀ ਟੈਕਨੋਲੋਜੀ ਸੀ ਕੋਈ ਬਹੁਤੀ ਸੁਪਰਫਾਸਟ ਟੈਕਨੋਲੋਜੀ ਨਹੀਂ ਸੀ, ਬਟ ਇੱਕ ਕ੍ਰੀਏਟਿਵ ਲੇਬਲਿੰਗ ਸੀਗੀ ਉਸ ਚੀਜ਼ ਦੀ। When I finally woke up and looked out my window, I realized that what the elevator buttons had called the 12th floor was in fact the second.
ਹੁਣ ਜਦੋਂ ਉਹ ਆਪਣੇ ਰੂਮ ਵਿੱਚ ਹੁੰਦਾ ਹੈ ਤੇ ਆਪਣੇ ਰੂਮ ਦੀ ਵਿੰਡੋ ਤੋਂ ਬਾਹਰ ਦੇਖਦਾ ਹੈ ਤਾਂ ਉਹ ਰਿਅਲਾਈਜ਼ ਕਰਦਾ ਹੈ ਕਿ ਜਿਹੜਾ ਐਲੀਵੇਟਰ ਤੇ 12 ਬਟਨ ਸੀ ਉਹ ਇਨਫੈਕਟ 12th ਨਹੀਂ ਸੀਗਾ, ਉਹ ਸੈਕੰਡ ਫਲੋਰ ਸੀਗਾ। The gleaming Moria elevator had merely taken me for a ride and a shorter ride I had imagined। ਹੁਣ ਉਹ ਕਹਿ ਰਿਹਾ ਕਿ ਜਿਹੜੀ ਐਲੀਵੇਟਰ ਰਾਈਡ ਸੀਗੀ ਬੇਸਿਕਲੀ ਉਹਦੇ ਲਈ ਇੱਕ ਰਾਈਡ ਸੀਗੀ ਐਂਡ ਮੋਰ ਓਵਰ ਇੱਕ ਸ਼ਾਰਟ ਰਾਈਡ ਸੀ ਕਿਉਂਕਿ ਉਹ ਗਿਆ ਤਾਂ ਸੈਕੰਡ ਫਲੋਰ ਤੇ ਹੀ ਸੀ। I couldn't help the accusatory tone out of my voice the next time I ran into the maroon sari 12th floor ਹਾਂ। ਹੁਣ ਉਹ ਕਹਿੰਦਾ ਹੈ ਕਿ ਜਦੋਂ ਮੈਨੂੰ ਨੈਕਸਟ ਟਾਈਮ ਉਹ ਮਰੂਨ ਸਾੜੀ ਵਾਲੀ ਪੇਜ ਬॉय ਗਰਲ ਮਿਲੀ ਤਾਂ ਕਹਿੰਦਾ ਮੈਂ ਆਪਣੀ ਐਕਿਊਜ਼ੇਟਰੀ ਟੋਨ ਮਤਲਬ ਉਹਨੂੰ ਹੋਲਡ ਅਪ ਨਹੀਂ ਕਰ ਸਕਿਆ। ਹੁਣ ਇਹਦੇ ਵਿੱਚ ਅਗਰ ਅਸੀਂ ਪੜ੍ਹੀਏ ਐਕਿਊਜ਼ੇਟਰੀ ਟੋਨ ਕੀ ਹੁੰਦੀ ਹੈ, accusatory tone is accusations basically। ਹੁਣ ਉਹਨੂੰ ਬੜੇ ਮੌਕਿੰਗ ਵੇ ਨਾਲ 12th floor ਹਾਂ ਕਿਹਾ, ਇਹਦਾ ਮਤਲਬ ਇਹ ਹੋਇਆ ਕਿ ਐਕਚੁਅਲ ਵਿੱਚ ਗਿਆ ਤਾਂ ਸੈਕੰਡ ਫਲੋਰ ਤੇ ਸੀ ਬਟ ਐਲੀਵੇਟਰ ਵਿੱਚ 12th floor ਲਿਖਿਆ ਹੋਇਆ ਸੀ, ਸੋ ਕਾਈਂਡ ਆਫ ਉਹ ਬੇਵਕੂਫ ਬਣਿਆ। I said pointedly, I didn't think liberalization meant being liberal with the facts। She was surprised that I had taken offense। ਹੁਣ ਉਹ ਸਰਪ੍ਰਾਈਜ਼ ਹੋ ਗਈ ਕਿ ਮੈਨੂੰ ਗੁੱਸਾ ਲੱਗਿਆ। Our foreign visitors much prefer to think of themselves as being on 11th and 12th floors than the first or second। She replied with wide-eyed innocence। ਹੁਣ ਉਸ ਲੇਡੀ ਨੇ ਉਹਨੂੰ ਰਿਪਲਾਈ ਕੀਤਾ ਵੀ ਜਿਹੜੇ ਸਾਡੇ ਫੋਰਨ ਵਿਜ਼ਿਟਰਸ ਹੁੰਦੇ ਨੇ ਉਹ ਪਸੰਦ ਕਰਦੇ ਹੁੰਦੇ ਨੇ ਕਿ ਅਸੀਂ 11th ਜਾਂ 12th ਫਲੋਰ ਤੇ ਰਹੀਏ ਰਾਦਰ ਦੈਨ ਕਿ ਫਰਸਟ ਜਾਂ ਸੈਕੰਡ। ਸੋ ਉਹਨਾਂ ਨੇ ਕੀ ਕੀਤਾ, ਐਕਚੁਅਲ ਵਿੱਚ ਰੂਮਸ ਤਾਂ ਫਰਸਟ ਅਤੇ ਸੈਕੰਡ ਫਲੋਰ ਤੇ ਹੁੰਦੇ ਨੇ ਬਟ ਉਹਨਾਂ ਨੇ ਕੀ ਕੀਤਾ ਐਲੀਵੇਟਰ ਵਿੱਚ ਨੰਬਰਸ ਚੇਂਜ ਕਰਤੇ ਐਂਡ ਦੇ ਡੋਂਟ ਲੁੱਕ ਆਊਟ ਆਫ ਦ ਵਿੰਡੋਜ਼ ਦੈਟ ਮਚ। ਹੁਣ ਉਹ ਆਪਣੀ ਵਿੰਡੋਜ਼ ਤੋਂ ਵੀ ਜ਼ਿਆਦਾ ਦੇਖਦੇ ਨੇ ਸੋ ਉਹਨਾਂ ਨੂੰ ਕੀ ਪਤਾ ਲੱਗੇਗਾ ਵੀ ਉਹ ਸੈਕੰਡ ਫਲੋਰ ਤੇ ਨੇ ਕਿ ਕਿਹੜੇ ਫਲੋਰ ਤੇ ਨੇ। Welcome, I thought, to the new India. An India I was discovering for the first time, an India of 5-star hotels, welcoming garlands, and smooth talking hotel staff where nothing is quite what it seems, not even the elevator buttons, where windows are not meant to be opened and appearances are the only reality। ਹੁਣ ਉਹ ਕਹਿ ਰਿਹਾ ਕਿ ਇੱਕ ਨਵੇਂ ਇੰਡੀਆ 'ਚ ਵੈਲਕਮ ਹੁੰਦੇ ਆ ਜਿਹਦੇ 'ਚ ਡਿਸਕਵਰ ਕੀਤਾ ਕਿ ਇੱਥੇ 5-star ਹੋਟਲਸ ਵੀ ਨੇ, ਗਾਰਲੈਂਡਸ ਵੀ ਨੇ, ਸਮੂਥ ਟਾਕਿੰਗ ਹੋਟਲ ਸਟਾਫ ਹੈ, ਹੋਟਲ ਸਟਾਫ ਅੱਛੀ ਤਰ੍ਹਾਂ ਗੱਲ ਕਰਦਾ ਹੈ। ਤੇ ਹੁਣ ਜਿੱਥੇ ਉਹ ਕਹਿ ਰਿਹਾ ਕਿ ਕੁਛ ਵੀ ਐਸਨ ਸਰਪ੍ਰਾਈਜ਼ਿੰਗ ਨਹੀਂ ਹੈ ਜਿੱਥੇ ਈਵਨ ਇਨਫੈਕਟ ਐਲੀਵੇਟਰ ਬਟਨਸ ਵਿੱਚ ਵੀ ਝੋਲ ਹੈ, ਵੇ ਵਿੰਡੋਜ਼ ਆਰ ਨਾਟ ਮੈਂਟ ਟੂ ਬੀ ਓਪਨ, ਜਿੱਥੇ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਵਿੰਡੋਜ਼ ਖੋਲ ਕੇ ਵੇਖ ਲਓ ਕਿਉਂਕਿ ਤੁਹਾਨੂੰ ਰਿਐਲਿਟੀ ਪਤਾ ਲੱਗ ਜਾਏਗੀ ਕਿ ਤੁਸੀਂ 12th ਫਲੋਰ ਤੇ ਨਹੀਂ ਹੋ, ਸੈਕੰਡ ਤੇ ਹੋ। ਤੇ ਜਿਹੜੀ ਅਪੀਅਰੈਂਸਿਸ ਨੇ ਐਂਡ ਅਪੀਅਰੈਂਸਿਸ ਆਰ ਓਨਲੀ ਰਿਐਲਿਟੀ। So this was written or published by Shashi Tharoor, India, from Midnight to the Millennium and Beyond, publishing 1997। So ਇਹ ਸੀ ਸਾਡਾ ਪੈਰਾਗ੍ਰਾਫ ਜਿਹੜਾ ਅਸੀਂ ਰੀਡ ਕੀਤਾ। ਆਈ ਹੋਪ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ, ਬਹੁਤ ਸਿੰਪਲ ਸੀਗਾ। ਉਹਨੇ ਜਸਟ ਸ਼ਸ਼ੀ ਥਰੂਰ ਨੇ ਜੋ ਪੈਰਾਗ੍ਰਾਫ ਲਿਖਿਆ ਉਹਨੇ ਜਸਟ ਆਪਣਾ ਇੱਕ ਹੋਟਲ ਐਕਸਪੀਰੀਅੰਸ ਲਿਖਿਆ, US ਤੋਂ ਆ ਕੇ ਇੰਡੀਆ ਦੇ ਵਿੱਚ ਇੱਕ ਐਕਸਪੀਰੀਅੰਸ ਲਿਖਿਆ। ਸੋ ਇਸ ਰਿਲੇਟਡ ਹੁਣ ਆਪਾਂ ਕੁਐਸਚਨ ਕਰਦੇ ਹਾਂ। ਸੋ ਨੰਬਰ 1 ਕੁਐਸਚਨ ਹੈਗਾ, ਆਫਟਰ ਰੀਡਿੰਗ ਦ ਲਾਸਟ ਲਾਈਨ ਆਫ ਦ ਫਰਸਟ ਪੈਰਾਗ੍ਰਾਫ we couldn't have ascended faster in the US of A। Which of the options do you think the author is most likely to agree with? ਹੁਣ ਉਹਦੇ ਵਿੱਚ ਕਹਿ ਰਿਹਾ ਕਿ ਕਿਹੜੇ ਆਪਸ਼ਨਸ ਨੂੰ ਅਸੀਂ ਅਗਰੀ ਕਰਨਾ ਚਾਹੀਦਾ ਹੈ। A ਦੇ ਵਿੱਚ ਹੈਗਾ India never fails to surprise, B is Indians have been great innovators, C is foreigners are turning to India's technical advancement, and D is it's a fact that India hasn't made significant progress। So बड़ा simple ਜਿਹਾ ਇਹਦਾ ਆਨਸਰ ਹੈ, clearly ਆਨਸਰ ਹੈ A। India never fails to surprise, ਯਾਨੀ ਜਿੰਨੀ ਜਲਦੀ ਉਹ ਜਦੋਂ ਸਟਾਰਟਿੰਗ 'ਚ ਦੱਸਦਾ ਹੈ ਕਿ ਅਸੀਂ ਮੇਰਲੀ 2-7 seconds ਦੇ 5-7 seconds ਦੇ ਵਿੱਚ 12th ਫਲੋਰ ਤੇ ਚਲੇ ਗਏ। ਸੋ ਇਟ ਵਾਜ਼ ਉਹ ਕੀ ਹੈ ਕਿ ਉਹ ਸਰਪ੍ਰਾਈਜ਼ ਹੋ ਗਿਆ ਕਿ ਵਾਓ ਇੰਨੀ ਜਲਦੀ ਉਹਨੀ 12th ਫਲੋਰ ਤੇ ਕਿਵੇਂ ਚਲਾ ਗਿਆ। ਬਟ ਜਦੋਂ ਅਸੀਂ ਪੈਰਾ ਪੂਰਾ ਪੜ੍ਹਿਆ ਉਹਦੇ 'ਚ ਰਿਐਲਿਟੀ ਡਿਫਰੈਂਟ ਸੀ, ਗਿਆ ਤਾਂ ਉਹ ਸੈਕੰਡ ਫਲੋਰ ਤੇ ਸੀ, ਐਲੀਵੇਟਰ ਵਿੱਚ ਉਹਨਾਂ ਨੇ ਸੈਕੰਡ ਫਲੋਰ ਦੀ ਜਗ੍ਹਾ 12th ਲਿਖਿਆ ਹੋਇਆ ਸੀ। So it is never surprising। Second is, as used in the third paragraph, the underlined word accusatory most nearly means all option except। ਹੁਣ ਤੁਹਾਨੂੰ 4 options ਦਿੱਤੀਆਂ ਹੋਈਆਂ ਨੇ। ਹੁਣ ਇਹਦੇ ਵਿੱਚ ਅਸੀਂ word ਉਹ ਲੱਭਣਾ ਹੈ accusatory ਨਾਲ ਜਿਹਨਾਂ nearly ਉਹ mean ਕਰਦਾ ਹੈਗਾ, same meaning ਹੋਏਗਾ। ਸੋ ਇਹਦੇ ਵਿੱਚ ਜਿਹੜਾ word ਹੈਗਾ criminate, eulogistic and censuring, ਇਹ ਸਾਰਿਆਂ ਦਾ ਮਤਲਬ ਹੁੰਦਾ accuse ਕਰਨਾ, blame ਕਰਨਾ। But
ਇਹਦੇ ਵਿੱਚ ਇੱਕ ਵਰਡ ਐਸਾ ਹੈ ਕ੍ਰਿਮੀਨੇਟ ਦਾ ਵੀ ਮਤਲਬ ਹੁੰਦਾ ਅਕਿਊਜ਼ ਕਰਨਾ ਤੇ ਬਟ ਇਹਦੇ ਵਿੱਚ ਇੱਕ ਵਰਡ ਐਸਾ ਹੈ ਯੂਲੋਜਿਸਟਿਕ ਇਹਦਾ ਹੈਗਾ ਡਿਫਰੈਂਟ ਮੀਨਿੰਗ ਹੁਣ ਯੂਲੋਜਿਸਟਿਕ ਦਾ ਮਤਲਬ ਹੁੰਦਾ ਕੀ ਹੈ ਇਹ ਬੇਸਿਕਲੀ ਕੀ ਹੁੰਦੀ ਹੈ ਸਪੀਚ ਔਰ writing for the deceased ਇਹ ਬੇਸਿਕਲੀ ਇੱਕ ਸਪੀਚ ਹੁੰਦੀ ਹੈ ਜਾਂ ਤੁਸੀਂ ਰਿਟਨ ਲਿਖਦੇ ਹੋ ਕਿਸੇ ਡਿਸੀਜ਼ਡ ਵਾਸਤੇ ਯਾਨੀ ਜੇ ਕੋਈ ਪਰਸਨ ਮਰ ਚੁੱਕਿਆ ਉਹਦੇ ਵਾਸਤੇ ਸੋ eulogistic is different in meaning than the other three given answer C is your right option question 3 ਦੇ ਵਿੱਚ ਹੈਗਾ it can be inferred from the passage that the author's impression ਹੁਣ ਪੈਸੇਜ ਤੋਂ ਅਸੀਂ ਇਨਫਰ ਕਰਨਾ ਹੈ ਕਿ ਆਥਰ ਦਾ ਇੰਪ੍ਰੈਸ਼ਨ ਕੀ ਸੀਗਾ ਇਹ ਹੈਗਾ transgresses from being proud to being even prouder B plummets from a sense of pride to a sense of delusionment trends from a level of disappointment to a level of condemnation D is remain steadfast on the thought of being an Indian so ਇਹਦਾ ਜਿਹੜਾ ਆਨਸਰ ਹੈਗਾ ਉਹ ਆਨਸਰ ਹੈਗਾ B plummets from a sense of pride to a delusionment ਹੁਣ ਪਹਿਲੀ ਗੱਲ ਤਾਂ ਅਸੀਂ ਇਹਦੇ ਵਿੱਚ ਮੀਨਿੰਗ ਸਮਝੀ ਪਲਮਟ ਦਾ ਮੀਨਿੰਗ ਕੀ ਹੁੰਦਾ ਪਲਮਟ ਦਾ ਮਤਲਬ ਹੁੰਦਾ ਟੂ ਡ੍ਰੌਪ ਯਾਨੀ ਜਦੋਂ ਉਹ ਸਟਾਰਟਿੰਗ 'ਚ ਅਸੀਂ ਪੈਰਾ 'ਚ ਪੜਿਆ ਜਦੋਂ ਇੰਡੀਆ ਆਉਂਦਾ ਪਹਿਲੀ ਗੱਲ ਤਾਂ ਬਹੁਤ ਸਰਪ੍ਰਾਈਜ਼ ਹੋ ਜਾਂਦਾ ਵੀ 5-7 ਸੈਕਿੰਡ 'ਚ 12th ਫਲੋਰ ਤੇ ਪਹੁੰਚ ਗਏ ਯਾਨੀ ਇੱਕ ਪ੍ਰਾਈਡ 'ਚ ਚਲਾ ਜਾਂਦਾ ਬਟ ਉਹ ਪ੍ਰਾਈਡ ਉਹਦਾ ਡ੍ਰੌਪ ਕਰ ਦਿੰਦਾ ਪਲਮਟਸ ਫਰਮ ਅ ਸੈਂਸ ਆਫ ਪ੍ਰਾਈਡ ਟੂ ਅ ਸੈਂਸ ਆਫ ਡਿਲੂਜਨਮੈਂਟ ਹੁਣ ਉਹ ਡ੍ਰੌਪ ਕਰ ਜਾਂਦਾ ਕਿਹਦੇ ਵਿੱਚ ਡਿਲੂਜਨਮੈਂਟ ਦੇ ਵਿੱਚ ਹੁਣ ਡਿਲੂਜਨਮੈਂਟ ਕੀ ਹੁੰਦਾ ਇੱਕ ਸਟੇਟ ਹੁੰਦੀ ਆ ਆਫ ਬੀਇੰਗ dissatisfied state of being dissatisfied ਨਾ ਖੁਸ਼ so B ਤੁਹਾਡਾ ਕੀ ਰਹੇਗਾ ਆਨਸਰ ਰਹੇਗਾ question 4 ਦੇ ਵਿੱਚ ਹੈਗਾ in the line taken me for a ride and a shorter ride I'd imagine means ਹੁਣ ਇਸ ਲਾਈਨ ਦਾ ਮਤਲਬ ਕੀ ਹੈ ਇਹਦੇ ਵਿੱਚ ਹੈਗਾ elevator had taken them very swiftly the hotel was treating its guests like royalties technology had advanced in third world countries people were being hoodwinked so ਇਹਦੇ ਵਿੱਚ ਜਿਹੜਾ ਤੁਹਾਡਾ ਆਨਸਰ ਹੈਗਾ ਉਹ ਆਨਸਰ ਹੈਗਾ D people were being hoodwinked ਹੁਣ ਇਹਦੇ ਵਿੱਚ hoodwink ਦਾ ਮਤਲਬ ਕੀ ਹੁੰਦਾ ਹੈ hoodwink ਦਾ ਮਤਲਬ ਹੁੰਦਾ ਹੈ deceive ਕਰਨਾ by false appearance ਧੋਖਾ ਦੇਣਾ by false appearance ਹੁਣ ਇਹ false appearance ਕਿਵੇਂ ਹੋਈ false appearance ਐਦਾਂ ਹੋਈ ਅਗਰ ਅਸੀਂ ਉਸ ਐਲੀਵੇਟਰ ਦੀ ਗੱਲ ਕਰੀਏ ਹੁਣ ਉਹ ਐਲੀਵੇਟਰ ਦੇ ਵਿੱਚ ਸੈਕੰਡ ਫਲੋਰ ਤੱਕ ਉਹਨੂੰ ਲੈ ਗਿਆ ਕਹਿ ਕੇ 12th ਫਲੋਰ ਸੋ ਇਹ ਕੀ ਹੋਏਗਾ hoodwinked people were being hoodwinked false deceive ਹੋ ਰਹੇ ਸੀ ਉਹ ਫਿਫਥ ਹੈਗਾ the tone of the passage could be summed up to be ਹੁਣ ਇਸ ਪੈਸੇਜ ਦੀ ਟੋਨ ਕੀ ਹੈ ਬੇਸਿਕਲੀ ਜਿਹੜੀ ਇਸ ਪੈਸੇਜ ਦੀ ਆਥਰ ਨੇ ਟੋਨ ਲਿਖਿਆ that is humorous and reflective ਮਤਲਬ ਉਹਨੂੰ ਕੋਈ ਗੁੱਸਾ ਨਹੀਂ ਹੈ ਜਾਂ ਉਹਨੂੰ ਕੋਈ ਪ੍ਰੋਬਲਮੈਟਿਕ ਨਹੀਂ ਹੈ ਉਹਦੇ ਲਈ ਤਾਂ ਉਹ ਇਸ ਚੀਜ਼ ਨੂੰ ਮੌਕਿੰਗ ਵਿੱਚ ਲੈ ਗਿਆ ਮਜ਼ਾਕੀਆ ਮੌਕਿੰਗ ਵਿੱਚ ਹਿਊਮਰਸ ਸੋ ਆਨਸਰ ਇਹਦਾ ਕੀ ਰਹੇਗਾ C ਸੋ ਇਹ ਸੀ ਸਾਡਾ ਪੈਸੇਜ ਜਿਹਦੇ ਰਿਲੇਟਡ ਅਸੀਂ ਕੁਐਸਚਨ 1 ਤੋਂ ਲੈ ਕੇ 5 ਤੱਕ ਕੀਤੇ ਸੋ ਨੈਕਸਟ ਆਪਾਂ ਚੱਲਦੇ ਹਾਂ ਕੁਐਸਚਨ 6 ਤੋਂ ਲੈ ਕੇ 11 ਤੱਕ choose an appropriate word to fill in each blank space ਹੁਣ ਇਹਦੇ ਵਿੱਚ ਤੁਹਾਨੂੰ blank space ਦਿੱਤੀਆਂ ਹੋਈਆਂ ਨੇ ਤੁਸੀਂ ਕੀ ਕਰਨਾ ਹੈ appropriate word fill ਕਰਨਾ ਹੈ dash are increasingly awarding large dash to plaintiffs who have experienced dash comments and harassment or been denied promotions and dash because of their family responsibilities these dash are more likely to prevail then other employment related cases dash suits on behalf of caregivers are on the rise as well ਹੁਣ ਇਹਦੇ ਵਿੱਚ ਤੁਹਾਨੂੰ blanks ਦਿੱਤੇ ਹੋਏ ਆ ਅਸੀਂ blanks fill ਕਰਨੇ ਇਹਨਾਂ options ਨੂੰ ਦੇਖਦੇ ਹੋਏ ਸੋ ਸਭ ਤੋਂ ਪਹਿਲਾਂ ਅਸੀਂ C options ਦੇਖਾਂਗੇ ਸਾਨੂੰ blank ਹੈਗਾ judge juries prosecutors and defendants dash are increasingly awarding large dash to plaintiffs ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਆਨਸਰ ਰਹੇਗਾ ਉਹ ਹੋਏਗਾ juries Juries are increasingly awarding large dash to plaintiffs who have experienced ਹੁਣ large ਕੀ ਦੇ ਰਹੇ ਨੇ personal injuries kickbacks rewards ਕਿ settlements ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਆਨਸਰ ਹੈ ਉਹ ਹੈਗਾ settlements ਅਸੀਂ ਰੀਡ ਕਰਦੇ ਹਾਂ ਦੁਬਾਰਾ large settlements to plaintiffs who have experienced dash comments and harassment
derogatory, directive, abusive, adultery. ਇਹਦੇ ਵਿੱਚ ਸਿੱਧਾ ਬਹੁਤ ਸਿੰਪਲ ਆਂਸਰ ਰਹੇਗਾ derogatory. Who have experienced derogatory comments and harassment or been denied promotion and dash because of their family responsibilities. And perks, raises, rises, reimbursements. ਇਹਦੇ ਵਿੱਚ ਜਿਹੜਾ ਤੁਹਾਡਾ ਆਨਸਰ ਹੈ ਉਹ ਰਹੇਗਾ raises. And raises because of the family responsibilities, यानी ਜਿਹੜੀ juries ਨੇ ਉਹ ਕੀ ਕਰ ਰਹੀਆਂ ਨੇ large settlements plaintiffs ਨੂੰ ਦੇ ਰਹੀਆਂ ਨੇ ਜਿਨ੍ਹਾਂ ਨੇ ਇੱਕ ਤਰ੍ਹਾਂ ਦੀ harassment experience ਕੀਤਾ ਹੈ, being denied promotion and raises because of their family responsibilities. What is raises? Raises basically ਕੀ ਹੁੰਦਾ ਕਿਸੇ ਤਰ੍ਹਾਂ ਦੀ pay raise ਹੋ ਸਕਦੀ ਹੈ, ਉਹਨਾਂ ਦੀ salary raise ਹੋ ਸਕਦੀ ਹੈ. So next part ਦੇ ਆਪਣੇ ਕੋਲ ਦੋ ਰਹਿ ਗਏ 10 and 11. These dash are more likely to prevail than other employment related cases. Now what? Suits, complaints, accusations ਤੇ remarks. ਹੁਣ ਇਹਦੇ ਵਿੱਚ ਕੀ ਆਏਗਾ? ਤੁਹਾਡਾ ਸਹੀ ਆਨਸਰ ਹੈ suits. Suits ਹੁੰਦਾ cases. These suits are more likely to prevail than other employment related cases. Dash suits on behalf of caregivers are on the rise as well. ਹੁਣ ਇਹਦੇ ਵਿੱਚ ਕੀ ਆਏਗਾ? Class action. Answer is C. Class action suits on behalf of caregivers are on the rise as well. ਹੁਣ class action suits ਕਿਹੜੇ ਹੁੰਦੇ ਜਿਹੜੇ class related ਹੁੰਦੇ ਆ, ਹਰ ਬੰਦੇ ਦੀ ਇੱਕ designation ਹੁੰਦੀ ਹੈ, ਹਰ ਬੰਦੇ ਦੀ designation ਉਹਦੀ class related ਹੁੰਦੀ ਹੈ. So ਉਸ related suits ਵੀ ਕੀ ਨੇ rise ਤੇ ਨੇ ਯਾਨੀ ਵੱਧ ਰਹੇ ਨੇ. So ਇਹ ਸੀ ਸਾਡਾ question 6 to 11. Now let's move further to question 12 to 14. 12 to 14 ਦੇ ਵਿੱਚ ਕੀ ਹੈ? Find the correct meaning of the highlighted word in each of the sentences from choices given below. ਹੁਣ ਆਪਾਂ ਨੂੰ ਕੀ ਇਹਦੇ ਵਿੱਚ ਦਿੱਤਾ ਹੋਇਆ word ਦਿੱਤਾ ਹੋਇਆ highlight ਕਰਕੇ, ਅਸੀਂ ਇਹਦਾ right meaning ਲੱਭਣਾ ਹੈ. Ravi was an impecunious student noted for his academic excellence. ਹੁਣ now impecunious ਦਾ ਮਤਲਬ ਕੀ ਹੁੰਦਾ? Impecunious ਦਾ ਮਤਲਬ ਹੁੰਦਾ having little or no money, ਜਿਸ ਕੋਲ ਬਹੁਤ ਘੱਟ ਜਾਂ ਬਿਲਕੁਲ ਹੀ ਪੈਸੇ ਨਾ ਹੋਣ. ਹੁਣ ਰਵੀ ਸੀਗਾ ਉਸ ਕੋਲ ਪੈਸੇ ਨਹੀਂ ਸੀਗੇ but academically ਉਹ ਬਹੁਤ intelligent ਸੀ. So D is your right answer. The lady looked rather lugubrious. ਹੁਣ lugubrious ਦਾ ਕੀ ਮਤਲਬ ਹੁੰਦਾ ਹੈ? It basically means sad and sorrowful. ਦੁਖੀ ਹੋਣਾ ਯਾਨੀ ਉਹ lady ਦੁਖੀ ਲੱਗ ਰਹੀ ਸੀਗੀ, mournful. ठीक है, so A is your right answer. And for 14, recalcitrant. She displayed a recalcitrant attitude. Recalcitrant ਦਾ ਕੀ ਮਤਲਬ ਹੁੰਦਾ ਹੈ? Recalcitrant ਦਾ ਮਤਲਬ ਹੁੰਦਾ ਹੈ resisting authority or discipline, यानी ਜਿਹੜਾ ਕਿਸੇ authority and discipline ਚ ਨਾ ਰਹੇ, ਉਸ ਚੀਜ਼ ਨੂੰ resist ਕਰੇ, ਆਪਣਾ ਹੀ ਉਹਦਾ attitude ਹੋਵੇ. So B is your right answer. And let's move further to question 15 to 16. ਇਹਦੇ ਚ ਕੀ ਹੈ? Choose the most appropriate option that completes the given sentence. ਹੁਣ 4 options ਨੇ, sentence given ਹੈ, appropriately ਅਸੀਂ choose ਕਰਨਾ ਹੈ. To be successful, managers must see themselves more as catalysts for problem solving than as problem solvers. Answer is per se. So A is your right answer. Problem solvers per se. 16. The art of speaking or writing effectively is ਉਹਨੂੰ ਕਹਿੰਦੇ ਨੇ rhetoric. So rhetoric is your right answer. ਉੱਪਰ ਵਾਲੇ ਦਾ ਸੀਗਾ per se. ਇਹ ਸੀਗੇ ਤੁਹਾਡੇ 15 and 16. 15 ਦੇ ਵਿੱਚ ਵੀ A option ਤੁਹਾਡਾ right ਹੈ and 16 ਦੇ ਵਿੱਚ ਵੀ A option right ਹੈ. Next we have question number 17. What do we call someone who tries to put something across, good or bad, and who does not want scrutiny or criticism but a specific action? ਹੁਣ ਉਹ ਕਹਿ ਰਿਹਾ ਕਿ ਅਸੀਂ ਉਸ ਪਰਸਨ ਨੂੰ ਕੀ ਕਹਿੰਦੇ ਆ ਜੋ ਜਿਹਦੇ ਅੱਗੇ ਕੁਝ ਰੱਖਿਆ ਜਾਂਦਾ ਹੈ ਤੇ ਨਾ ਹੀ ਭਾਵੇਂ ਉਹ ਗੁੱਡ ਹੋਵੇ ਜਾਂ ਬੈਡ ਹੋਵੇ ਬਟ ਉਹਨੂੰ ਕੋਈ ਕਿਸੇ ਤਰ੍ਹਾਂ ਦਾ ਕ੍ਰਿਟਿਸਿਜ਼ਮ ਨਹੀਂ ਚਾਹੀਦਾ ਬਟ ਉਹਨੂੰ ਉਸ ਚੀਜ਼ ਦੇ ਉੱਤੇ ਐਕਸ਼ਨ ਚਾਹੀਦਾ ਹੈ. ਸੋ ਉਸ ਪਰਸਨ ਨੂੰ ਕਿਹਾ ਜਾਂਦਾ ਹੈ propagandist, ਜਿਹੜਾ propaganda ਬਣਾਉਂਦਾ ਹੈ, propagandist. C is your right answer. Question 18 ਦੇ ਵਿੱਚ ਕੀ ਹੈ?
Choose the most appropriate option that best explains the figure of speech in this line. In rivers, the water that you touch is the last of what passed and the first of that which comes. So with time present. ਲਿਓਨਾਰਡੋ ਦਾ ਵਿੰਚੀ ਦਾ ਇਹ ਦੋ ਲਾਈਨਸ ਹੋਣਗੀਆਂ ਜਿਸ ਨੂੰ ਅਸੀਂ ਦੇਖ ਕੇ ਉਹਦਾ ਐਕਚੁਅਲ ਵਿੱਚ ਅਸੀਂ ਕੀ ਲੱਭਣਾ ਹੈ ਕਿ ਕਿਹੜੀ ਫਿਗਰ ਆਫ ਸਪੀਚ ਇੱਥੇ ਯੂਜ਼ ਕੀਤੀ ਗਈ ਹੈ ਸੋ ਇਸ ਲਾਈਨਾਂ ਦੇ ਵਿੱਚ ਜਿਹੜੀ ਫਿਗਰ ਆਫ ਸਪੀਚ ਯੂਜ਼ ਕੀਤੀ ਗਈ ਹੈ ਉਹ ਹੈਗੀ ਹੈ ਮੈਟਾਫਿਜ਼ੀਕਲ ਐਨਾਲੋਗੀ that divides time past from time future ਮਤਲਬ ਹੁਣ ਇਹਦੇ ਵਿੱਚ ਐਨਾਲੋਗੀ ਕੀ ਹੁੰਦੀ ਹੈ ਐਨਾਲੋਗੀ ਬੇਸਿਕਲੀ ਕੀ ਹੁੰਦਾ ਹੈ ਜਦੋਂ ਅਸੀਂ ਦੋ ਡਿਫਰੈਂਟ ਅਨਲਾਈਕਲੀ ਚੀਜ਼ਾਂ ਨੂੰ ਕੀ ਕਰਦੇ ਆ ਕੰਪੇਅਰ ਕਰਦੇ ਆ ਉਹਨੂੰ ਅਸੀਂ ਐਨਾਲੋਗੀ ਕਹਿੰਦੇ ਆ ਸੋ ਇਹਦੇ ਵਿੱਚ ਤੁਹਾਡਾ ਰਾਈਟ ਜਿਹੜਾ ਆਪਸ਼ਨ ਰਹੇਗਾ ਉਹ ਡੀ ਰਹੇਗਾ ਮੈਟਾਫਿਜ਼ੀਕਲ ਐਨਾਲੋਗੀ that divides time past from time future past time ਤੇ future past ਤੇ future time ਦੋਨੋਂ ਡਿਫਰੈਂਟ ਚੀਜ਼ਾਂ ਹੋ ਗਈਆਂ ਅਸੀਂ ਦੋਨਾਂ ਨੂੰ ਕੀ ਕਰ ਰਹੇ ਹਾਂ ਕੰਪੇਅਰ ਕਰ ਰਹੇ ਹਾਂ ਦੋ ਅਨਲਾਈਕਲੀ ਚੀਜ਼ਾਂ ਨੂੰ ਕੰਪੇਅਰ ਕਰ ਰਹੇ ਹਾਂ ਸੋ ਟੀ ਇਜ਼ योर ਰਾਈਟ ਆਪਸ਼ਨ Now we have 19. 19 ki hai. Choose the most appropriate option that most nearly means the same as expression the kiss of Judas in English language. ਹੁਣ ਇਹਦੇ ਵਿੱਚ ਅਸੀਂ ਇਹ ਦੇਖਣਾ the kiss of Judas ਕੀ ਹੈ in English language. ਇਹਦਾ ਮਤਲਬ ਹੁੰਦਾ ਹੈ a snake in the grass. The kiss of Judas means ਇਸ expression ਦਾ ਮਤਲਬ ਹੁੰਦਾ ਹੈ a snake in the grass. So option B ਤੁਹਾਡਾ 19 ਦਾ ਕੀ ਰਹੇਗਾ option B correct. Question number 20th. Choose the most appropriate option that best expresses the statement. ਹੁਣ statement ਲਈ ਕੀ expressive best ਰਹੇਗਾ Since I was planning on a Euro tour, I decided to dash my French. ਹੁਣ ਉਹ plan ਕਰ ਰਿਹਾ ਸੀ ਮੈਂ Euro tour ਤੇ ਜਾਵਾਂ ਸੋ ਮੈਂ ਕੀ ਸੋਚ ਰਹੀ ਸੀ ਮੈਂ ਆਪਣੀ French ਨੂੰ ਥੋੜਾ ਹੋਰ ਅੱਛਾ ਕਰਾਂ ਸੋ ਇਹਦੇ ਵਿੱਚ ਕੀ ਰਹੇਗਾ ਉਹਨੂੰ ਫ੍ਰੈਂਚ ਆਉਂਦੀ ਹੈ ਉਹਨੇ ਕਿਹਾ ਡਿਸਾਈਡ ਟੂ ਡੈਸ਼ ਮਾਈ ਫ੍ਰੈਂਚ ਦਾ ਮਤਲਬ ਹੋਇਆ ਉਹ ਆਲਰੇਡੀ ਉਸ ਚੀਜ਼ ਦੀ ਪੋਜੈਸ਼ਨ ਹੈ ਉਸ ਕੋਲ ਯਾਨੀ ਉਹਨੂੰ ਆਉਂਦੀ ਹੈ ਬਸ ਉਹਨੇ ਥੋੜੀ ਹੋਰ ਉਹਨੂੰ ਰਿਫਾਈਨ ਕਰਨਾ ਹੈ ਜਦੋਂ ਰਿਫਾਈਨ ਕਰਨ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਕੀ ਕਹਿੰਦੇ ਆ ਬ੍ਰਸ਼ ਅਪ ਔਨ ਯਾਨੀ ਉੱਤੇ ਥੋੜਾ ਜਿਹਾ ਬ੍ਰਸ਼ ਫੇਰ ਦੋ ਬ੍ਰਸ਼ ਅਪ ਔਨ ਸੋ ਆਪਸ਼ਨ ਸੀ ਇਜ਼ योर ਕਰੈਕਟ ਆਨਸਰ For 21, choose the most appropriate option that could be the best analogy for the given pair of words. Analogy again मैं तुहानू दस्सिया सी पिछे भी ਜਦੋਂ ਆਪਾਂ ਦੋ ਅਨਲਾਈਕਲੀ ਚੀਜ਼ਾਂ ਨੂੰ ਕੀ ਕਰਦੇ ਆ ਕੰਪੇਅਰ ਕਰਦੇ ਆ ਇਹਨਾਂ ਨੇ ਇੱਕ ਵਰਡ ਦਿੱਤਾ ਹੈ ਟਰੀ ਤੇ ਲੀਫ ਤੇ ਇਹਦੇ ਨਾਲ ਜਿਹੜਾ ਰਿਲੇਟ ਕਰਦਾ ਹੈ ਉਹ ਹੈਗਾ ਆਪਸ਼ਨ ਡੀ ਫਲਾਵਰ ਤੇ ਪੈਟਲ so this is most relatable analogy option D is your right answer Now for 22 to 25, ਅਸੀਂ choose ਕੀ ਕਰਨਾ ਹੈ choose the most appropriate option that is grammatically incorrect. ਹੁਣ ਅਸੀਂ grammatically incorrect answer choose ਕਰਨਾ ਹੈ. A is growing bodies of evidence shows that simple rules match or beat more complicated analysis across wide range of decision. ਹੁਣ ਤੁਸੀਂ ਇੱਕ ਵਾਰੀ ਜਦੋਂ ਸਾਰਾ ਰੀਡ ਕਰੋਗੇ ਸਾਰਾ ਰੀਡ ਕਰਨ ਤੋਂ ਬਾਅਦ ਆਪਸ਼ਨ ਜਦੋਂ A ਦੁਬਾਰਾ ਦੇਖੋਗੇ ਉੱਥੇ ਕੀ ਆਏਗਾ a growing bodies of evidence ਉਹਨੇ plural ਚ ਦੇਤਾ a growing body of evidence shows that simple rules match or beat more complicated analysis across a wide range of decision so option A ਕੀ ਰਹੇਗਾ ਤੁਹਾਡਾ correct ਇਹਦੇ ਵਿੱਚ ਜਿਹੜਾ grammatically incorrect ਹੈ ਉਹ ਹੈਗਾ option A ਹੁਣ ਇਹ ਹੈਗਾ ਅਗੇਨ ਤੁਸੀਂ ਇਨਕਰੈਕਟ ਚੂਜ਼ ਕਰਨਾ ਹੈ ਬਟ ਇਹਦੇ ਵਿੱਚ ਫਾਰਮ ਬਦਲੀ ਗਈ ਫਾਰਮ ਹੁਣ ਹੋ ਗਈ ਇੰਟਰੋਗੇਟਿਵ ਕੁਐਸਚਨ ਫਾਰਮ ਹੋ ਗਈ ਹੈ what information and language should the problem statement include how we will ensure that a solution is being implementing from its inception ਜਦੋਂ C ਤੇ D ਵੀ ਤੁਸੀਂ ਪੜ੍ਹ ਲੋਗੇ in the end ਜਦੋਂ ਤੁਸੀਂ ਧਿਆਨ ਦਿਓਗੇ ਇੱਥੇ ਯੂ ਵਰਡ ਯੂਜ਼ ਕੀਤਾ ਹੋਇਆ being ਅੱਗੇ ਯੂਜ਼ ਕਰਤਾ continuous implementing ਹੁਣ continuously ਅਸੀਂ already being use ਕਰਤਾ ਤੇ ਇਹਦੇ ਵਿੱਚ implementing ਨਹੀਂ ਆਏਗਾ being implemented ਆ ਸਕਦਾ but not implementing so grammatically incorrect ਕੀ ਹੈ option B now for question number 24 choose the most appropriate option that best connects the sentence ਹੁਣ ਅਸੀਂ ਉਹ option choose ਕਰਨਾ ਹੈ ਜਿਹੜਾ sentence ਨੂੰ best connect ਕਰਦਾ ਹੈ companies that correctly match their strategy making process to their competitive circumstances perform
better than those that don't, well as those who aren't, as good as those that don't, best to the ones that doesn't. So बहुत simple जा हैगा ये, ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਆਨਸਰ रहेगा ਉਹ रहेगा better than those that don't, यानी that don't perform ਦੀ ਗੱਲ ਹੋ ਰਹੀ ਹੈ ਇੱਥੇ. So option A ਕੀ ਤੁਹਾਡਾ रहेगा correct. Companies that correctly match their strategy making process, ਜਿਹੜੀ companies ਆਪਣਾ strategy making process ਨੂੰ ਕੀ ਕਰਦੀਆਂ ਨੇ completely ਇਕਸਾਰ ਮੈਚਿੰਗ ਰੱਖਦੀਆਂ ਨੇ to their competitive circumstances perform, ਮਤਲਬ ਉਹਨਾਂ ਦਾ ਇੱਕ ਜਿਹੜਾ competitive ਹੈ ਉਹਨਾਂ ਤੋਂ ਇਲਾਵਾ ਹੈ ਉਹਦੀ ਪਰਫਾਰਮੈਂਸ ਦੇ ਨਾਲ ਉਹ ਕੀ ਨੇ better ਨੇ than those that don't, ਜਾਂ ਉਹਨਾਂ ਨੂੰ ਉਹ better ਰਹਿੰਦੀਆਂ ਨੇ ਉਹਨਾਂ ਨਾਲੋਂ ਜਿਹੜੇ ਇਹ ਜਿਹਾ ਕੁਝ ਨਹੀਂ ਕਰਦੇ ਜਿਨ੍ਹਾਂ ਦੀ ਕੋਈ strategy making ਨਹੀਂ ਹੁੰਦੀ. So option A is your right answer. For question 25, choose the most appropriate option that punctuates the sentence well. So ਇਹਦੇ ਵਿੱਚ ਇਸ question ਦੇ ਵਿੱਚ ਜਦੋਂ A, B, C, D ਨੂੰ ਤੁਸੀਂ ਇੱਕ ਵਾਰੀ read ਕਰੋਗੇ, what makes you think that discredited or repudiated are synonyms with defeated? ਹੁਣ ਇਹਦੇ ਵਿੱਚ again ਤੁਸੀਂ ਧਿਆਨ ਦਿਓ option B ਦੇ ਵਿੱਚ ਬੜੀ ਜਗ੍ਹਾ ਇਹਨਾਂ ਨੇ ਵਿੱਚ punctuations use ਕੀਤੀਆਂ ਹੋਈਆਂ ਨੇ. Then option C ਦੇ ਵਿੱਚ ਵੀ. Then we have option D, the professor demanded, what makes you think that discredited or repudiated are synonymous with defeated? ਹੁਣ ਜਿਹੜਾ ਤਾਂ ਸਾਡੇ C ਚ ਕੀ ਗਲਤੀ ਸੀ, ਹੁਣ C ਕਿਉਂ ਨਹੀਂ ਅਸੀਂ option correct ਕੀਤਾ? C ਦੇ ਵਿੱਚ ਕੀ ਸੀਗਾ, ਇਹ repudiated ਤੇ ਪਾਣਾ ਭੁੱਲ ਗਏ C ਦੇ ਵਿੱਚ. ਹੁਣ ਅਗੇਨ ਅਸੀਂ ਆਂਦੇ ਆ ਆਪਣੇ ਆਪਸ਼ਨ A ਦੇ ਵਿੱਚ. ਆਪਸ਼ਨ A ਦੇ ਵਿੱਚ ਕੀ ਹੈ, defeated ਤੇ ਨਹੀਂ ਪਾਇਆ ਇਹਨਾਂ ਨੇ. ਸੋ ਜਿਹੜਾ ਸਾਡਾ ਰਾਈਟ ਰਹੇਗਾ ਉਹ ਰਹੇਗਾ ਆਪਸ਼ਨ ਨੰਬਰ, ਜਿਹੜਾ ਸਾਡਾ ਰਾਈਟ ਆਨਸਰ ਰਹੇਗਾ ਉਹ ਰਹੇਗਾ ਆਪਸ਼ਨ ਨੰਬਰ D. The professor demanded, what makes you think that discredited or repudiated are synonymous with defeated? So option D is your right answer. Now for question 26 to 30, in each sentence a word or a phrase is underlined. ਹੁਣ phrase ਜਾਂ word underline ਕੀਤਾ ਹੋਇਆ ਹੈ ਤੇ ਉਹਦੇ ਥੱਲੇ ਤੁਹਾਨੂੰ 4 words ਦਿੱਤੇ ਹੋਏ ਨੇ. ਹੁਣ ਤੁਸੀਂ ਕੀ ਕਰਨਾ ਹੈ, ਉਹਨਾਂ ਵਿੱਚੋਂ ਚੂਜ਼ ਕਰਨਾ ਹੈ meaning of the original sentence if it was substituted for underlined word. ਮਤਲਬ ਅਗਰ ਅਸੀਂ ਜਿਹੜਾ word underline ਕੀਤਾ ਇਹਨੂੰ substitute ਕਰਨਾ ਚਾਹੀਏ ਤਾਂ ਇਸ ਤੋਂ ਇਲਾਵਾ ਕਿਹੜੇ ਹੋਰ word ਨਾਲ ਅਸੀਂ substitute ਕਰ ਸਕਦੇ ਹਾਂ. The old age of the equipment is a definite liability to the factory. ਹੁਣ ਜਿਹੜੀ liability ਹੁੰਦੀ ਹੈ ਉਹ basically ਦੇਣਾ ਹੁੰਦਾ ਹੈ. ਅਗਰ ਮੇਰੇ ਉੱਤੇ ਕਿਸੇ ਦੀ liability ਹੈ ਯਾਨੀ ਮੈਂ ਉਸ ਬੰਦੇ ਦਾ ਕੁਝ ਦੇਣਾ ਹੈ, so ਉਹ ਮੇਰੇ ਲਈ ਕੀ ਹੋਏਗੀ ਕਿ disadvantage ਹੋਏਗੀ because I have to give someone something. So B is your right answer, disadvantage. Having lived in a ghetto most of her life, she despaired of ever living the good life. Ghetto ਕੀ ਹੁੰਦਾ basically? Ghetto is a segregated slum. ਇਕੱਠਾ ਕੀਤਾ ਹੋਇਆ slum area ਹੁੰਦਾ ਹੈ. So ਉਹਨੂੰ ਅਸੀਂ ਕੀ ਕਹਿ ਦਿੰਦੇ ਆ, ghetto. For 28, the president considered the vote on his tax bill to be crucial. ਹੁਣ crucial ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਬਹੁਤ ਜ਼ਿਆਦਾ important. So ਬਹੁਤ simple ਜਿਹਾ ਇਹਦਾ ਆਨਸਰ ਸੀਗਾ, ਆਨਸਰ A, extremely important. Crucial ਦਾ ਮਤਲਬ ਹੁੰਦਾ ਹੈ extremely important. The panorama from their porch encompassed a large part of the Rocky Mountains. ਹੁਣ panorama usually ਅਸੀਂ ਦੇਖਦੇ ਹੁੰਦੇ ਆ ਸਾਡੇ ਫੋਨ ਦੇ ਵਿੱਚ ਵੀ ਜਦੋਂ ਅਸੀਂ ਕੈਮਰਾ ਓਪਨ ਕਰਦੇ ਇੱਕ ਆਪਸ਼ਨ ਹੁੰਦਾ panorama. ਜਦੋਂ ਅਸੀਂ panorama ਵਿੱਚ ਖੇਡਦੇ ਹਾਂ ਤਾਂ ਇੱਕ ਲਾਰਜ ਸੀਨਰੀ ਕੈਪਚਰ ਹੋ ਜਾਂਦੀ ਹੈ, ਘੁਮਾ ਕੇ ਅਸੀਂ ਚੀਜ਼ ਕਰ ਸਕਦੇ ਹਾਂ. So 29 ਦਾ ਜਿਹੜਾ ਆਨਸਰ ਰਹੇਗਾ ਉਹ ਹੋਏਗਾ unbroken view over a large area. ਜ਼ਿਆਦਾ ਏਰੀਆ ਕੈਪਚਰ ਕਰ ਸਕਦਾ ਹੁੰਦਾ ਹੈ, ਸੋ ਉਹਨੂੰ ਕੀ ਕਹਿੰਦੇ ਨੇ, unbroken view over a large area. And for 30th, the candidate felt that his academic credentials was sufficient to win him the job. Academic credentials, academic is related to educational. So बहुत simple सीगा, academic ਦੀ ਜਿੱਥੇ ਗੱਲ ਆਉਂਦੀ ਹੈ that is always related to education. So B is your right answer. And ਹੁਣ ਆ ਗਏ 31st ਤੋਂ ਲੈ ਕੇ 35 ਤੱਕ
ਹੁਣ ਤੁਹਾਨੂੰ 4 ਆਪਸ਼ਨਸ ਦੇ ਸੈੱਟ ਦਿੱਤੇ ਹੋਏ ਨੇ। ਅਸੀਂ ਕੀ ਕਰਨਾ ਹੈ, ਸਾਰੇ ਗਰੁੱਪਸ ਦੇ ਵਿੱਚੋਂ odd one out ਲੱਭਣਾ ਹੈ। ਸੋ ਪਹਿਲਾਂ ਅਸੀਂ 31 ਸਟਾਰਟ ਕਰਦੇ ਹਾਂ। 31 ਸਟਾਰਟਪੋਲ, ਫਲੈਜਲਿੰਗ, ਕਬ, ਕਿਟਨ ਦਿੱਤਾ ਹੋਇਆ। ਹੁਣ ਇਹਦੇ ਵਿੱਚ ਜਿਹੜਾ ਸਾਡਾ ਕਰੈਕਟ ਆਨਸਰ ਹੈ ਉਹ ਤੁਹਾਡਾ ਰਹੇਗਾ ਫਲੈਜਲਿੰਗ। ਹੁਣ ਇਹ ਡਿਫਰੈਂਟ ਕਿਉਂ ਹੋਇਆ? ਟੈਡਪੋਲ, ਕਬ ਤੇ ਕਿਟਨ ਹੈ ਤਾਂ ਇਹ ਵੀ ਬੱਚੇ ਹੁੰਦੇ ਐਨੀਮਲਸ ਦੇ, ਬਟ ਇਹ ਕੀ ਹੁੰਦੇ ਨੇ? ਗਰਾਊਂਡ ਤੇ। ਬਟ ਜਿਹੜਾ ਫਲੈਜਲਿੰਗ ਹੁੰਦਾ ਉਹ ਹੁੰਦਾ ਇੱਕ ਬਰਡ ਹੈ। ਇਹ ਫਲੈਜਲਿੰਗ ਇਜ਼ ਬੇਸਿਕਲੀ ਅ ਬਰਡ, ਇਹਦੇ ਕੋਲ ਵਿੰਗਸ ਹੁੰਦੀਆਂ ਨੇ। ਸੋ ਇਹ ਕੀ ਹੋ ਗਿਆ? ਬਾਕੀਆਂ ਨਾਲੋਂ ਔਡ ਹੋ ਗਿਆ। 32nd ਇਜ਼ ਸਕਿਨ, ਨੇਲਸ, ਆਈਜ਼, ਨੋਜ਼। ਹੁਣ ਸਕਿਨ, ਆਈਜ਼ ਤੇ ਨੋਜ਼ ਇਕੱਠੇ ਹੁੰਦੇ ਨੇ, ਬਟ ਨੇਲਸ ਇਜ਼ ਅ ਡਿਫਰੈਂਟ ਥਿੰਗ। ਸੋ ਇਹਦੇ ਵਿੱਚ ਆਪਸ਼ਨ ਬੀ ਤੁਹਾਡਾ ਕੀ ਰਹੇਗਾ? ਕਰੈਕਟ। ਇਹ ਕੀ ਹੈ? ਔਡ। ਆਪਸ਼ਨ ਬੀ ਨੇਲਸ। 33 ਇਜ਼ ਪ੍ਰੋਗਰੈਸ਼ਨ, ਮਤਲਬ ਅੱਗੇ ਵਧਣਾ। ਹੈਡਵੇ, ਇਹਦਾ ਵੀ ਮਤਲਬ ਕੀ ਹੁੰਦਾ? ਅੱਗੇ ਵਧਣਾ। ਫੋਰਜ ਅਹੈਡ, ਅਹੈਡ ਦਾ ਤਾਂ ਸਿੱਧਾ ਸਾਦਾ ਮਤਲਬ ਹੁੰਦਾ ਅੱਗੇ ਵਧਣਾ, ਅੱਗੇ। ਬਟ ਡੀਵੀਐਂਟ, ਡੀਵੀਐਂਟ ਦਾ ਮਤਲਬ ਅੱਗੇ ਵਧਣਾ ਨਹੀਂ ਹੁੰਦਾ। ਸੋ ਆਪਸ਼ਨ ਡੀ ਕੀ ਤੁਹਾਡਾ ਰਹੇਗਾ? ਕਰੈਕਟ। ਇਹ ਕੀ ਹੈ? ਔਡ। So D is your right answer for question number 33. Now 34, abatement, declination, elevation and subsidence. ਹੁਣ ਇਹਦੇ ਵਿੱਚ elevation ਕੀ ਹੈ ਤੁਹਾਡਾ? correct answer. abatement, declination, subsidence ਮਤਲਬ ਥੱਲੇ ਨੂੰ, elevate ਕਰਨਾ ਮਤਲਬ ਉੱਤੇ ਨੂੰ। So C is your right answer. And last question is mare, gazelle, antelope and stag. So ਇਹਦੇ ਵਿੱਚ ਜਿਹੜਾ ਤੁਹਾਡਾ odd ਰਹੇਗਾ ਉਹ ਰਹੇਗਾ option A. Option A ਕੀ ਹੈ ਤੁਹਾਡਾ? odd. So with this we are done with question 1 to ਲੈ ਕੇ 35 ਤੱਕ ਅਸੀਂ question solve ਕੀਤੇ। I hope ਸਾਰਿਆਂ ਨੂੰ clear ਹੋ ਗਏ ਹੋਣਗੇ। ਬਹੁਤ simple question ਸੀਗੇ and ਤੁਸੀਂ ਇੱਕ ਵਾਰੀ ਹੋਰ questions ਨੂੰ ਦੇਖ ਸਕਦੇ ਹੋ ਤੇ revise ਕਰ ਸਕਦੇ ਹੋ। For any law entrance exam, either it be CLAT, NLU, LSAT or CLU, ਤੁਸੀਂ career edge institute opt ਕਰ ਸਕਦੇ ਹੋ। given numbers ਤੇ ਤੁਸੀਂ call ਕਰ ਸਕਦੇ ਹੋ and ਤੁਸੀਂ institute visit ਕਰ ਸਕਦੇ ਹੋ। ਸੋ ਹਰ ਤਰ੍ਹਾਂ ਦੀ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਕੀਤਾ ਜਾਏਗਾ। ਤੁਸੀਂ ਆਨਲਾਈਨ ਐਂਡ ਆਫਲਾਈਨ ਕਲਾਸਿਸ ਵਾਸਤੇ ਆਪਟ ਕਰ ਸਕਦੇ ਹੋ। ਟੈਸਟ ਸੀਰੀਜ਼ ਤੋਂ ਲੈ ਕੇ ਵੀਡੀਓਜ਼ ਤੋਂ ਲੈ ਕੇ every single thing will be provided and every subject will be covered. So that's all for today. So see you soon next time.